ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤ੍ਰਿੰਜਣ ਸ਼ੋਅ ਦੇ ਵਿੱਚ ਜੀ ਆਇਆਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਸੀਜ਼ਨ 3 ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਔਰ ਕਰ ਵੀ ਰਹੇ ਹਾਂ, ਗਰੀਫ ਬਾਰੇ, ਸੋਗ ਬਾਰੇ, ਬਰੀਵਮੈਂਟ ਬਾਰੇ। ਅਤੇ ਜੈਜ਼ ਭੈਣ ਜੀ ਨੇ ਹਰ ਸ਼ੋਅ ਦੇ ਵਿੱਚ ਸਾਡੇ ਨਾਲ ਸਾਂਝ ਪਾਈ ਆ। ਇੰਨੀ ਇਹਨਾਂ ਨੇ ਸਾਡੇ ਨਾਲ ਨੌਲੇਜ ਸ਼ੇਅਰ ਕੀਤੀ ਹੈ, ਇੰਨੀਆਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ। ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿਆਂ ਕਿ ਅੱਜ ਦਾ ਸ਼ੋਅ ਇਸ ਸੀਜ਼ਨ ਦਾ ਅਖੀਰਲਾ ਸ਼ੋਅ ਹੈ। ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਭੈਣ ਜੀ। ਅਸੀਂ ਥੋੜ੍ਹੀ ਜਿਹੀ ਇਹਦੇ ਬਾਰੇ ਗੱਲਬਾਤ ਕੀਤੀ ਵੀ ਸੀਗੀ ਲਾਸਟ ਵੀਕ, ਜਦੋਂ ਅਸੀਂ ਸਾਰੇ ਸਟੇਜਿਸ ਦੀਆਂ ਗੱਲਾਂ ਕੀਤੀਆਂ ਸੀਗੀਆਂ ਕਿ ਗਰੀਫ ਦੀਆਂ ਕਿਹੜੀਆਂ ਕਿਹੜੀਆਂ ਸਟੇਜਿਸ ਹੁੰਦੀਆਂ ਨੇ। ਪਰ ਇੱਕ ਇਸ ਤਰ੍ਹਾਂ ਦੀ ਵੀ ਸਟੇਜ ਹੈਗੀ ਆ ਜੋ ਕਿ ਸਾਨੂੰ ਪੜ੍ਹਨ ਨੂੰ ਨਹੀਂ ਮਿਲਦੀ ਹੈ। ਇਸ ਬਾਰੇ ਇਹ ਕਿਤੇ ਕਿਤਾਬਾਂ ਦੇ ਵਿੱਚ ਨਹੀਂ ਲਿਖੀ ਹੋਈ ਇਹਦੇ ਬਾਰੇ, ਪਰ ਇੱਕ ਇਸ ਤਰ੍ਹਾਂ ਵੀ ਸਟੇਜ ਹੈ ਕਿ ਜਿਹੜੀਆਂ ਵੀ ਅਸੀਂ ਗੱਲਾਂ ਸੀਜ਼ਨ 2 ਦੇ ਵਿੱਚ ਕੀਤੀਆਂ ਨੇ, ਸਾਰੀਆਂ ਗੱਲਾਂ ਇਹ ਜਿਵੇਂ ਕਿ ਸਾਰੀਆਂ ਗੱਲਾਂ ਨੂੰ ਬੜੀ ਸੋਹਣੀ ਤਰ੍ਹਾਂ ਲਪੇਟ ਕੇ ਸਮੇਟ ਕੇ ਇੱਕ ਤਰੀਕੇ ਦੇ ਵਿੱਚ ਕਿ ਹੁਣ ਅਸੀਂ ਇਹ ਜਿੰਨੇ ਵੀ ਸਾਡੇ ਜਜ਼ਬਾਤ ਨੇ ਇਹਨਾਂ ਨੂੰ ਇੱਕ ਥਾਂ 'ਤੇ ਇਕੱਠਾ ਕਰਕੇ ਅਸੀਂ ਅੱਗੇ ਕਿਵੇਂ ਵਧਣਾ ਹੈ। ਬਿਲਕੁਲ। ਤੇ ਹਾਂਜੀ, ਤੇ ਤੁਸੀਂ ਸਾਨੂੰ ਭੈਣ ਜੀ ਇਹਦੇ ਬਾਰੇ ਦੱਸੋ। ਪਹਿਲੇ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਅਖੀਰਲਾ ਐਪੀਸੋਡ ਹੈ ਔਰ ਬਹੁਤ ਅੱਛੀ ਤਰੀਕੇ ਦੇ ਨਾਲ ਅਸੀਂ ਸਾਰੀਆਂ ਗੱਲਾਂ ਕੀਤੀਆਂ। ਲੇਕਿਨ ਜੋ ਅੱਜ ਦੀ ਟੌਪਿਕ ਅਸੀਂ ਲੈ ਕੇ ਆ ਰਹੇ, ਜਿਹੜੀ 6ਵੀਂ ਸਟੇਜ ਹੈ, ਹਾਂਜੀ, ਆਮ ਤੌਰ 'ਤੇ ਤੁਸੀਂ ਇਹ ਦੇਖੋਗੇ ਨਹੀਂ, ਇਹ ਕਿਤੇ ਕਿਤੇ ਪਤਾ ਹੈ, ਇਹ ਸਟੇਜ ਹੈਗੀ ਮੀਨਿੰਗ, ਮਤਲਬ ਦੇਣਾ ਕਿਸੇ ਵੀ ਚੀਜ਼ ਨੂੰ। ਕਿਉਂਕਿ ਅਸੀਂ ਮੈਂਸ਼ਨ ਕਰ ਚੁੱਕੇ ਹਾਂ ਡਿਨਾਇਲ, ਹਾਂਜੀ, ਬਾਰਗੇਨਿੰਗ, ਗੁੱਸਾ, ਹਾਂਜੀ, ਹੈ ਨਾ, ਜਿਹੜਾ ਡਿਪਰੈਸ਼ਨ, ਐਕਸੈਪਟੈਂਸ, ਜਿਹੜਾ ਅਸੀਂ ਮੰਨ ਲੈਣਾ ਕਿ ਓਕੇ ਮੇਰਾ ਲਵਡ ਵਨ ਨਹੀਂ ਹੈਗਾ। ਇਹ ਜਿਹੜੀ ਸਟੇਜ ਹੈ ਤਾਂ ਮੈਣਾ ਕਿ ਅਸੀਂ ਹੁਣ ਇਹ ਮੀਨਿੰਗ ਉਸ ਚੀਜ਼ ਦਾ ਨਹੀਂ ਕਿ ਉਹ ਡੈਥ ਹੋ ਗਈ ਹੈ, ਕਿ ਉਸ ਚੀਜ਼ ਦਾ ਨਹੀਂ ਮੀਨਿੰਗ ਕੱਢਣਾ, ਯਾਨੀ ਕਿ ਹੁਣ ਅਸੀਂ ਜ਼ਿੰਦਗੀ ਨੂੰ ਅੱਗੇ ਕਿਵੇਂ ਜ਼ਿੰਦਗੀ ਨਾਲ ਵਧਣਾ, ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਨੂੰ ਕਿਵੇਂ ਮੀਨਿੰਗ ਦੇਣਾ ਹੈ। ਜਿਹੜਾ ਅਸੀਂ ਗਰੀਫ ਆ ਉਹ ਹੁਣ ਸਾਡੇ ਲਾਈਫ ਵਿੱਚ ਆਲਮੋਸਟ ਲਾਈਕ ਅ ਲਾਈਫ ਲੌਂਗ ਹਿੱਸਾ ਬਣ ਗਿਆ ਆ। ਪਰ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਤੁਰਨਾ ਆ, ਕਿ ਕਿਸ ਤਰ੍ਹਾਂ ਮੀਨਿੰਗ ਦੇਣਾ ਆ। ਅਸੀਂ ਕਹਿੰਦੇ ਨਾ ਕਿ ਜਿਹੜਾ ਸਾਡਾ ਪਿਆਰਾ ਆ ਉਹ ਤਾਂ ਚਲੇ ਗਿਆ ਆ, ਪਰ ਜਿਹੜਾ ਪਿਆਰ ਹੈ ਉਹ ਰਹਿ ਗਿਆ ਆ ਔਰ ਉਹ ਹਮੇਸ਼ਾ ਰਹੇਗਾ। ਅਸੀਂ ਉਹਨਾਂ ਦੀ ਕਿਸਮ ਦੀ ਲੈਗਸੀ ਆ, ਉਹਨਾਂ ਦੀ ਨਿਸ਼ਾਨੀ ਆ ਜੋ ਹਰ ਵਕਤ ਹੈਗੀ ਆ। ਸਾਡੇ ਜਿਹੜੇ ਪਿਆਰੇ ਆ ਉਹ ਨਹੀਂ ਰਹੇ, ਪਰ ਅਸੀਂ ਹੈਗੇ ਆ। ਅਸੀਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਅੱਗੇ ਚੱਲ ਸਕਦੇ, ਕਿਸ ਤਰ੍ਹਾਂ ਉਸ ਰਿਸ਼ਤੇ ਦਾ, ਉਸ ਪਿਆਰ ਦਾ ਮੀਨਿੰਗ ਲੈ ਕੇ ਅੱਗੇ ਵੱਧ ਸਕਦੇ ਹਾਂ। ਇਹ ਸਟੇਜ ਆਉਂਦੀ ਹੈ। ਮੈਨੂੰ ਖੁਦ ਨੂੰ ਇਸ ਸਟੇਜ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗੇ ਨੇ, ਕਿਉਂਕਿ ਜੋ ਸਾਡਾ ਕੋਈ ਆਪਣਾ ਮੇਰੇ ਪਾਪਾ ਮੇਰੇ ਨਾਲ ਬਹੁਤ ਕਲੋਜ਼ ਸੀਗੇ। ਸੋ ਮੈਂ ਜੋ ਅਸੀਂ ਸਟੇਜਿਸ ਦੀ ਗੱਲ ਕੀਤੀ ਉਹ ਹਰ ਇੱਕ ਸਟੇਜ ਤੋਂ ਮੈਂ ਗੁਜ਼ਰੀ ਹਾਂ। ਲੇਕਿਨ ਇੱਕ ਟਾਈਮ ਆਉਂਦਾ ਆ ਜੋ ਤੁਸੀਂ ਅਪਣਾ ਲੈਂਦੇ ਹੋ, ਐਕਸੈਪਟ ਵੀ ਕਰ ਲੈਂਦੇ ਹੋ ਕਿ ਠੀਕ ਹੈ ਮੇਰੇ ਪਾਪਾ ਹੁਣ ਮੇਰੇ ਜ਼ਿੰਦਗੀ 'ਚ ਨਹੀਂ ਰਹੇ, ਪਰ ਹੁਣ ਮੇਰੀ ਜ਼ਿੰਦਗੀ ਜਿਹੜੀ ਹੈਗੀ ਆ ਮੈਂ ਹੁਣ ਉਹ ਕਿਸ ਤਰ੍ਹਾਂ ਜੀਣੀ ਆ ਤਾਂ ਕਿ ਮੈਂ ਆਪਣੇ ਪਾਪਾ ਦਾ ਵੀ ਨਾਮ ਅੱਗੇ ਰੱਖਾਂ, ਉਹਨਾਂ ਦਾ ਪਿਆਰ ਤਾਜ਼ਾ ਰੱਖਾਂ ਆਪਣੀ ਜ਼ਿੰਦਗੀ ਵਿੱਚ। ਉਹ ਕਿਸ ਤਰ੍ਹਾਂ ਅੱਗੇ ਮੈਂ ਲੈ ਕੇ ਜਾਵਾਂ। ਯਾਨੀ ਕਿ ਸ਼ਾਇਦ ਜਦੋਂ ਸਾਡੇ ਨਾਲ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ, ਕੋਈ ਵੀ ਇਸ ਤਰ੍ਹਾਂ ਦਾ ਦੁੱਖ ਹੁੰਦਾ ਹੈ ਕਿ ਅਸੀਂ ਅਕਸਰ ਸੋਚਦੇ ਹਾਂ ਕਿ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਮੀਨਿੰਗ ਹੀ ਨਹੀਂ ਰਹੀ, ਹੁਣ ਮੇਰੇ ਜੀਣ ਦਾ ਕੋਈ ਫਾਇਦਾ ਹੀ ਨਹੀਂ ਹੈ। ਸੋ ਤੁਸੀਂ ਸ਼ਾਇਦ ਇਹ ਕਹਿਣਾ ਚਾਹ ਰਹੇ ਹੋ ਕਿ ਇਹ ਸਾਰੀਆਂ ਗੱਲਾਂ ਜਿਹੜਾ ਅਸੀਂ ਜਿਨ੍ਹਾਂ ਦੇ ਵਿੱਚ ਦੀ ਲੰਘੇ ਹਾਂ, ਦੁੱਖ ਵਿੱਚ ਦੀ, ਤਕਲੀਫ ਵਿੱਚ ਦੀ, ਗੁੱਸੇ ਵਿੱਚ ਦੀ, ਉਹ ਸਾਰੀਆਂ ਗੱਲਾਂ ਕਿ ਹੁਣ ਅਸੀਂ ਇਹ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਜੀਣੀ ਹੈ ਕਿ ਉਹਦਾ, ਜਿਵੇਂ ਅਸੀਂ ਕਿਹਾ ਕਿ ਮੈਂ ਜ਼ਿੰਦਗੀ, ਉਹੀ ਤੁਸੀਂ ਕਹਿ ਰਹੇ ਹੋ ਨਾ ਭੈਣ ਜੀ, ਇੱਕ ਕਿਸਮ ਦਾ ਕਿ ਉਹਨਾਂ ਦੀ ਡੈਥ ਨੂੰ ਨਹੀਂ ਮੀਨਿੰਗ ਦੇਣੀ ਅਸੀਂ, ਕਿ ਜਿਹੜਾ ਚਲਾ ਗਿਆ, ਕਿ ਅਸੀਂ ਆਪਣੀ ਹੁਣ ਜ਼ਿੰਦਗੀ ਦੇ ਵਿੱਚ ਮੀਨਿੰਗ ਕਿਵੇਂ ਲੈ ਕੇ ਆਉਣੀ ਆ। ਜਦੋਂ ਅਸੀਂ ਕਹਿੰਦੇ ਹਾਂ ਕਿ ਹੁਣ ਮੈਂ ਜ਼ਿੰਦਗੀ ਕਿਸ ਤਰ੍ਹਾਂ ਜੀਵਾਂ, ਇਹ ਉਹ ਚੀਜ਼ ਹੈ। ਬਿਲਕੁਲ। ਸੋ ਜਿਵੇਂ ਹੁਣ ਮੈਂ ਆਪਣਾ ਹੀ ਐਗਜ਼ਾਮਪਲ ਕਰ ਦੇਵਾਂਗੀ ਕਿਉਂਕਿ ਸਾਰੇ ਰਿਲੇਟ ਕਰ ਸਕਣਗੇ। ਜਿਸ ਤਰ੍ਹਾਂ ਹੁਣ ਮੇਰੇ ਪਾਪਾ ਦੀ ਡੈਥ ਹੋਈ ਸੀ, ਠੀਕ ਹੈ, ਉਹਨਾਂ ਦੀ ਜਿਸ ਤਰ੍ਹਾਂ ਡੈਥ ਹੋਈ ਸੀਗੀ, ਉਹਨਾਂ ਨੂੰ ਐਲਕੋਹਲ ਦੀ ਪ੍ਰੋਬਲਮ ਸੀਗੀ ਜਿਹੜੀ ਸਾਨੂੰ ਉਸ ਟਾਈਮ 'ਤੇ ਨਹੀਂ ਪਤਾ ਸੀ। ਹੁਣ ਇੱਕ ਕਿਸਮ ਦੀ ਮੇਰੇ ਮਨ ਵਿੱਚ ਇਹ ਆਇਆ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਉਸ ਚੀਜ਼ ਦਾ ਜੋ ਦੁੱਖ ਮੇਰੇ ਜ਼ਿੰਦਗੀ ਵਿੱਚ ਨਿਕਲਿਆ, ਮੇਰੀ ਫੈਮਿਲੀ ਦੇ ਵਿੱਚ ਨਿਕਲਿਆ, ਉਸ ਦੁੱਖ ਨੂੰ ਮੈਂ ਕਿਸ ਤਰ੍ਹਾਂ ਟਰਨ ਕਰਕੇ ਕਿਸੇ ਅਗਲੇ ਲਈ ਭਲਾ ਕਰ ਸਕਦੀ ਹਾਂ, ਜਾਂ ਮੈਂ ਉਹਨਾਂ ਦੇ ਯਾਦ ਵਿੱਚ ਕਿਸ ਤਰ੍ਹਾਂ ਉਹ ਚੀਜ਼ ਨੂੰ ਹੁਣ ਅੱਗੇ ਜਾ ਕੇ ਸਟੋਪ ਕਰ ਸਕਦੀ, ਕਿਸੇ ਹੋਰ ਨਾਲ ਇਸ ਤਰ੍ਹਾਂ ਨਾ ਹੋਵੇ, ਜਾਂ
ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਦਾ ਮਤਲਬ ਉਸ ਚੀਜ਼ ਦਾ ਕੁਝ ਚੰਗਾ ਨਿਕਲੇ, ਕੁਝ ਮੀਨਿੰਗ ਮੈਂ ਉਸ ਚੀਜ਼ ਦਾ ਕੱਢਾਂ। ਸੋ ਇਹ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਡਿਫਰੈਂਟ ਚੀਜ਼ਾਂ ਕਰਨਗੇ। ਹੁਣ ਮੇਰੀ ਲਾਈਫ ਦਾ ਜੋ ਮੈਂ ਹੁਣ ਇਸ ਵੇਲੇ ਮੇਰਾ ਕੰਮ ਗ੍ਰੀਫ ਦਾ ਹੀ ਹੋ ਗਿਆ ਹੈ, ਮੇਰਾ ਤਾਂ ਉਹ ਕੰਮ ਹੀ ਬਣ ਗਿਆ ਆ ਇਸ ਚੀਜ਼ ਦਾ ਕਿ ਮੈਂ ਕਿਸ ਤਰ੍ਹਾਂ ਆਪਣੀ ਕਮਿਊਨਿਟੀ ਵਿੱਚ ਜੋ ਹੁਣ ਸਾਡਾ ਜਿਹੜੇ ਐਪੀਸੋਡਸ ਨੇ, ਸ਼ੋ ਨੇ, ਇਹਦਾ ਆ ਕਿ ਮੇਰਾ ਮਕਸਦ ਕਿਆ ਅਵੇਅਰਨੈਸ ਮੈਂ ਇਸ ਚੀਜ਼ ਦੀ ਕਿਸ ਤਰ੍ਹਾਂ ਲਿਆਵਾਂ, ਜੋ ਮੇਰੇ ਨਾਲ ਹੋਇਆ ਮੈਂ ਕਿਸ ਤਰ੍ਹਾਂ ਐਜੂਕੇਸ਼ਨ ਵਧਾਵਾਂ, ਕਿਉਂਕਿ ਹੁੰਦਾ ਇਹ ਸਾਰਿਆਂ ਦੇ ਨਾਲ ਹੀ ਹੈ, ਪਰ ਅਸੀਂ ਇਹਦੇ ਬਾਰੇ ਸ਼ਾਇਦ ਗੱਲਬਾਤ ਖੁੱਲ ਕੇ ਨਹੀਂ ਕਰਦੇ। ਸੋ ਮੇਰਾ ਇਹ ਬਹੁਤ ਮਕਸਦ ਸੀਗਾ ਕਿ ਮੈਂ ਇਸ ਚੀਜ਼ ਨੂੰ ਓਪਨਲੀ, ਔਰ ਤ੍ਰਿੰਜਣ ਸ਼ੋ ਦੇ ਵਿੱਚ ਗ੍ਰੇਟ ਐਗਜ਼ਾਮਪਲ ਤੁਸੀਂ ਦਿੱਤਾ ਆ ਕਿ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਗੱਲ ਕਰਦੇ ਉਸ ਗੱਲਾਂ ਦੀ ਅਸੀਂ ਸ਼ੁਰੂਆਤ ਪਹਿਲ ਕਰੀਏ ਕਿ ਨੋਰਮਲ ਕਰੀਏ। ਸੋ ਮੇਰੇ ਲਈ ਇਹ ਚੀਜ਼ ਮੇਰੀ ਲਾਈਫ ਆਲਮੋਸਟ ਬਣ ਗਈ ਹੈ। ਲੇਕਿਨ ਹੋਰ ਇਨਸਾਨ ਜੋ ਹੈਗਾ ਉਹ ਜ਼ਰੂਰੀ ਨਹੀਂ ਕਿ ਹੁਣ ਤੁਸੀਂ ਆਪਣਾ ਕੰਮ ਬਦਲ ਦਿਓ ਜਾਂ ਕੁਛ ਇਸ ਤਰ੍ਹਾਂ। ਇਹ ਤਾਂ ਮੇਰੇ ਨਾਲ ਇਸ ਤਰ੍ਹਾਂ ਹੋਇਆ। ਜੇ ਕੋਈ ਉਹਨਾਂ ਦੀ ਕੋਈ ਪਸੰਦ ਸੀਗੀ, ਤੁਹਾਡੇ ਪਿਆਰੇ ਦੀ ਕੋਈ ਸ਼ੌਂਕ ਸੀਗਾ ਉਹਨਾਂ ਨੂੰ, ਉਹ ਤੁਸੀਂ ਅੱਗੇ ਕਿਸ ਤਰ੍ਹਾਂ ਰੱਖ ਸਕਦੇ ਹੋ। ਜੇ ਕਿਸੇ ਉਹਨਾਂ ਨੂੰ ਕੁਕਿੰਗ ਦਾ ਕੁਝ ਸੀਗਾ, ਉਹਨਾਂ ਦੀ ਫੇਵਰਿਟ ਚੀਜ਼ਾਂ ਕਿਸ ਤਰ੍ਹਾਂ ਰੱਖ ਸਕਦੇ ਹੋ ਅੱਗੇ, ਉਹਨਾਂ ਦੀ ਰੈਸਿਪੀਜ਼ ਬਣਾ ਸਕਦੇ ਹੋ, ਮਤਲਬ ਕਿ ਉਹਨਾਂ ਦੀ ਯਾਦ ਤਾਜ਼ਾ ਰੱਖਣੀ, ਜਿਹੜਾ ਉਹਨਾਂ ਦਾ ਲਾਈਫ ਦਾ ਤੁਸੀਂ ਟ੍ਰਿਬਿਊਟ ਆਲਮੋਸਟ ਕਹਿੰਦੇ ਨਾ, ਸ਼ਰਧਾਂਜਲੀ ਕਿਸੇ ਨੂੰ ਦੇਣੀ। ਤੁਹਾਡੀ ਜਿਹੜੀ ਜ਼ਿੰਦਗੀ ਜੋ ਤੁਸੀਂ ਜੀਣੀ ਆ, ਉਹ ਹਰ ਇੱਕ ਦਿਨ, ਹਰ ਇੱਕ ਪਲ ਤੁਸੀਂ ਕਿਸ ਤਰ੍ਹਾਂ ਆਪਣੇ ਉਹਨਾਂ ਨੂੰ ਉਸ ਜ਼ਿੰਦਗੀ ਦਾ ਹਿੱਸਾ ਬਣਾਉਣਾ ਆ, ਈਵਨ ਦੋ ਉਹ ਅੱਜ ਉੱਥੇ ਨਹੀਂ ਹੈਗੇ। ਸੋ ਇੰਨੇ ਸਾਲਾਂ ਬਾਅਦ ਵੀ ਜੇ ਮੇਰੇ ਪਾਪਾ ਨਹੀਂ ਹੈ, ਉਹਨਾਂ ਦੇ ਮੈਂ ਯਾਦਗੀਰੀ ਨੂੰ ਕਿਸ ਤਰ੍ਹਾਂ ਤਾਜ਼ਾ ਰੱਖਾਂ, ਜ਼ਿੰਦਾ ਰੱਖਾਂ, ਔਰ ਕਿਸ ਤਰ੍ਹਾਂ ਮੈਂ ਉਹਨਾਂ ਦੀ ਜੋ ਉਹਨਾਂ ਦੀ ਸਿੱਖ ਮੈਂ ਲਈ ਆ, ਉਹਨਾਂ ਕੋਲ ਜੋ ਮੈਂ ਸਿੱਖਿਆ ਆ, ਉਹਨਾਂ ਦੇ ਜੋ ਚੰਗੇ ਆਦਤਾਂ ਸੀਗੀਆਂ, ਹਾਸੇ ਵਾਲੀਆਂ ਜੋ ਗੱਲਾਂ ਸੀਗੀਆਂ, ਉਹ ਕਿਸ ਤਰ੍ਹਾਂ ਮੈਂ ਅੱਗੇ ਉਹ ਆਪਣੇ ਬੱਚਿਆਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਉਹ ਯਾਦ ਰੱਖਾਂ, ਸ਼ੇਅਰ ਕਰਾਂ, ਕਿਉਂਕਿ ਅਸੀਂ ਬੰਦ ਕਰ ਦਾਂਗੇ ਇੱਕ ਦੂਸਰੇ ਨਾਲ ਗੱਲ ਕਰਨਾ। ਸੋ ਐਕਚੁਅਲੀ ਉਹਨਾਂ ਨੂੰ ਅਸੀਂ ਤਾਜ਼ਾ ਰੱਖਣਾ ਆ। ਸੋ ਇਹ ਚੀਜ਼ ਹੋ ਸਕਦੀ ਕਿ ਤੁਸੀਂ ਕਈ ਲੋਕੀ ਕੋਈ ਚੈਰਿਟੀ ਕੰਮ ਕਰਦੇ, ਕਿਸੇ ਨੂੰ ਚੈਰਿਟੀ 'ਚ ਕੁਛ ਦੇ ਦਿੰਦੇ ਆ, ਕਿਸੇ ਚੀਜ਼ 'ਚ ਹਿੱਸਾ ਪਾਉਂਦੇ ਨੇ, ਕੋਈ ਸੇਵਾ ਕਰਦਾ ਆ, ਕੋਈ ਆਪਣੇ ਸੌਂਗਸ ਲਾਈਕ ਕ੍ਰੀਏਟਿਵ ਚੀਜ਼ਾਂ ਵੀ ਕਰ ਲੈਂਦੇ ਨੇ, ਕੋਈ ਲਿਖਣਾ, ਕੁਛ ਪੜ੍ਹਨਾ, ਮਿਊਜ਼ਿਕ, ਬਹੁਤ ਕੁਛ ਇਸ ਤਰ੍ਹਾਂ ਜੋ ਤੁਸੀਂ ਉਹਨਾਂ ਨੂੰ ਯਾਦ ਕਰਕੇ ਤੁਸੀਂ ਉਹ ਚੀਜ਼ ਕਰਦੇ ਹੋ ਕਿ ਉਹਨਾਂ ਦੀ ਯਾਦ ਅੱਗੇ ਰੱਖ ਕੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ। ਬਿਲਕੁਲ। ਸੋ ਇਹ ਹੈਗਾ ਨਿਚੋੜ ਉਸ ਚੀਜ਼ ਦਾ ਕਿ ਅਸੀਂ ਹੁਣ ਆਪਣੀ ਲਾਈਫ ਵਿੱਚ ਸਾਡੇ ਨਾਲ ਵਰਤ ਗਈ ਚੀਜ਼, ਹੁਣ ਅਸੀਂ ਇੱਥੋਂ ਕਿੱਦਾਂ ਅੱਗੇ ਵਧਣਾ ਆ, ਮੀਨਿੰਗ ਕੀ ਸਾਡਾ ਜ਼ਿੰਦਗੀ, ਔਰ ਮੋਸਟਲੀ ਜਿਹੜੀ ਲੈਗੇਸੀ, ਉਹਨਾਂ ਦੀ ਲੈਗੇਸੀ ਅਸੀਂ ਕਿਸ ਤਰ੍ਹਾਂ, ਅਸੀਂ ਖੁਦ ਆਪਣੇ ਵਿੱਚ, ਅਸੀਂ ਭਾਵੇਂ ਕੁਛ ਵੀ ਨਾ ਕਰੀਏ, ਅਸੀਂ ਹੈਗੇ ਆ, ਸਾਡੇ ਵਿੱਚ ਵੀ ਉਹਨਾਂ ਦੀ ਲੈਗੇਸੀ ਹੈ ਕਿਉਂਕਿ ਉਹ ਸਾਡਾ ਹਿੱਸਾ ਨੇ। ਹਾਂਜੀ। ਸੋ ਹੁਣ ਮੇਰੀ ਜਿਹੜੀ ਜ਼ਿੰਦਗੀ ਆ, ਮੈਂ ਇਸ ਚੀਜ਼ 'ਚ ਡੈਡੀਕੇਟ ਕੀਤੀ ਆ ਕਿ ਮੈਂ ਇਸ ਚੀਜ਼ ਨੂੰ ਅਵੇਅਰਨੈਸ ਕਰਾਉਣੀ, ਅਵੇਅਰਨੈਸ ਰੇਜ਼ ਕਰਨੀ। ਬਹੁਤ ਕੁਛ ਅਸੀਂ ਕਰ ਸਕਦੇ ਜੋ ਉਹ ਮੀਨਿੰਗ ਅਸੀਂ ਸ਼ੇਅਰ ਕਰ ਸਕਦੇ ਹਾਂ। ਜਿਸ ਤਰ੍ਹਾਂ ਆਪਾਂ ਜਦੋਂ ਪਹਿਲੀ ਇੱਕ ਵਾਰੀ ਗੱਲ ਕੀਤੀ ਸੀ, ਤੁਸੀਂ ਕਿਹਾ ਸੀ ਤੁਹਾਡੀ ਨਾਨੀ ਦੀ ਜਦੋਂ ਡੈਥ ਹੋਈ ਸੀ, ਤੁਹਾਨੂੰ ਉਹਨਾਂ ਨੇ ਇੱਕ ਸੂਟ, ਹਾਂਜੀ, ਮਤਲਬ ਕਿ ਸਾਡੇ ਜਿਵੇਂ ਵੀ ਉਹਨਾਂ ਨੇ, ਨਾਨੀ ਜੀ ਨੇ ਤਾਂ ਖੈਰ ਨਹੀਂ, ਵੀ ਉਹਨਾਂ ਦੀ ਡੈਥ ਤੋਂ ਬਾਅਦ ਹਾਂਜੀ ਸਾਨੂੰ ਇੱਕ ਜਿਵੇਂ ਸੂਟ ਜਾਂ ਕੋਈ ਭਾਂਡਾ ਇਸ ਤਰ੍ਹਾਂ ਦੀ ਇੱਕ ਉਹ ਨਿਸ਼ਾਨੀ ਬਣ ਜਾਂਦੀ ਹੈ। ਤੇ ਵੀ ਜਿਵੇਂ ਜਦੋਂ ਘਰ ਦੇ ਵਿੱਚ ਕੋਈ ਵੀ ਦਾਲ ਸਬਜ਼ੀ ਬਣਦੀ ਹੈ, ਅਸੀਂ ਉਸ ਭਾਂਡੇ ਦੇ ਵਿੱਚ ਕੱਢਦੇ ਹਾਂ, ਹਰ ਵਕਤ ਉਹਨਾਂ ਨੂੰ ਯਾਦ ਕਰੀਦਾ ਕਿ ਇਹ ਮੈਨੂੰ ਉਸ ਟਾਈਮ ਤੇ ਮਿਲਿਆ ਸੀਗਾ, ਜਿਹੜਾ ਮੈਂ ਪਿਛਲੇ ਸ਼ੋਅ ਦੇ ਵਿੱਚ ਸੂਟ ਪਾਇਆ ਸੀਗਾ ਉਹ ਉਸ ਸਮੇਂ ਦਾ ਹੈ। ਹਾਂਜੀ। ਸੋ ਇਸ ਤਰ੍ਹਾਂ ਵੀ ਅਸੀਂ ਉਸ ਚੀਜ਼ਾਂ ਵਿੱਚ ਆਲਮੋਸਟ ਕਿਸ ਚੀਜ਼ਾਂ 'ਚ, ਕਿਸ ਕੰਮ ਵਿੱਚ ਅਸੀਂ ਉਹਨਾਂ ਦੀ ਯਾਦ ਔਰ ਉਹਨਾਂ ਦੀ ਲੈਗੇਸੀ ਅੱਗੇ ਲੈ ਕੇ ਜਾ ਸਕਦੇ ਹਾਂ। ਮੇਰੀ ਜਿਹੜੀ ਦਾਦੀ ਜੀ ਸੀਗੇ, ਉਹ ਬਹੁਤ ਪਾਠ ਪੂਜਾ ਕਰਨ ਵਾਲੇ ਸੀਗੇ, ਉਹਨਾਂ ਦਾ ਬਹੁਤ ਫੇਥ ਬਹੁਤ ਸਟਰੋਂਗ ਸੀਗਾ ਉਹਨਾਂ ਦਾ। ਸੋ ਉਹਨਾਂ ਨੇ ਜਿੱਥੇ ਉਹ ਸਿਮਰਨ ਕਰਦੇ ਸੀਗੇ, ਉਹਨਾਂ ਦਾ ਜਿਹੜਾ ਮੈਟ ਹੈ ਸਿਮਰਨ ਦਾ, ਉਹ ਮੇਰੇ ਕੋਲ ਹੈਗਾ। ਹਾਂਜੀ। ਉਸ ਮੈਟ 'ਤੇ ਮੈਂ ਬੈਠ ਕੇ ਆਪਣਾ ਰੋਜ਼ ਸਿਮਰਨ ਕਰਦੀ ਹਾਂ। ਸੋ ਜਦੋਂ ਵੀ ਮੈਂ ਉਹ ਕੱਢਦੀ, ਮੈਨੂੰ ਹਮੇਸ਼ਾ ਉਹਨਾਂ ਦੀ ਯਾਦ, ਉਹਨਾਂ ਦਾ ਜਿਸ ਤਰ੍ਹਾਂ ਉਹ ਜਿਹੜਾ ਫਰੂਟ ਮੈਨੂੰ ਮਿਲਿਆ ਆ, ਇਨ ਦਾ ਸੈਂਸ ਕਿ ਉਹ ਮੈਂ ਤਾਜ਼ਾ ਰੱਖਿਆ ਆ, ਔਰ ਮੇਰੇ ਹੁਣ ਗਾਂ ਬੱਚੇ ਦੇਖਦੇ ਆ ਕਿ ਮੈਂ, ਸੋ ਇਹ ਚੀਜ਼ ਇਹ ਨਹੀਂ ਕਿ ਹੁਣ ਲੌਸਿਸ ਇੱਕਦਮ ਖਰਾਬ, ਉਹ ਜਿਹੜੀ ਇੰਨੀ ਖਰਾਬ ਤੁਹਾਡੇ ਨਾਲ ਚੀਜ਼ ਬੀਤੀ ਆ, ਉਹਦੇ ਵਿੱਚੋਂ ਕੁਝ ਸੋਹਣਾ ਕੱਢਣਾ ਕੀ ਕੱਢ ਸਕਦੇ ਹਾਂ।
ਇਹ ਤਾਂ ਮੈਨੂੰ ਤੁਹਾਡੀ ਗੱਲ ਤੋਂ ਯਾਦ ਆਈ ਇੱਕ ਗੱਲ ਕਿ ਸਾਡੇ ਵੀ ਦਾਦਾ ਜੀ ਦੀ ਜਦੋਂ ਡੈਥ ਹੋਈ ਸੀਗੀ, ਬਹੁਤ ਉਹ ਜਿਹੜੀ ਸੋਟੀ ਯੂਜ਼ ਕਰਦੇ ਹੁੰਦੇ ਸੀਗੇ ਨਾ, ਉਹ ਮੇਰੇ ਕੋਲੇ ਹੈ ਹਾਲੇ ਤੱਕ, ਔਰ ਬੜੇ ਸਾਲਾਂ ਤੋਂ ਮਤਲਬ ਕਿ ਉਹ ਮੇਰੇ ਨਾਲ ਹੀ ਹੈ। ਉਹਦੀ ਸ਼ਾਇਦ ਮੈਨੂੰ ਕਦੇ ਜ਼ਰੂਰਤ ਪਵੇ, ਸ਼ਾਇਦ ਨਾ ਪਵੇ, ਪਰ ਉਹ ਮੇਰੇ ਘਰ ਦੇ ਵਿੱਚ, ਉਹ ਮੇਰੇ ਬੱਚਿਆਂ ਨੂੰ ਵੀ ਪਤਾ ਹੈ ਕਿ ਇਹ ਸਾਡੇ ਪੜਦਾਦਾ ਜੀ ਦੀ ਵੀ, ਉਹਨਾਂ ਵੀ ਮੰਮੀ ਦੇ ਦਾਦਾ ਜੀ ਦੀ ਸੋਟੀ ਹੈ ਘਰ ਦੇ ਵਿੱਚ, ਉਹਨਾਂ ਨੂੰ ਵੀ ਪਤਾ ਹੈ ਇਹ ਗੱਲ ਜਿਹੜੀ ਤੁਸੀਂ ਕਹੀ ਹੈ। ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਭੈਣ ਜੀ ਕਿ ਇਹ ਸਟੇਜ ਤੱਕ ਪਹੁੰਚਣ ਲਈ ਵੀ ਕੋਈ ਸਮਾਂ ਹੁੰਦਾ ਹੈ ਕਿ ਕੋਈ ਸਾਨੂੰ ਜਲਦੀ ਹੁੰਦੀ ਹੈ? ਕਈ ਲੋਕ ਸ਼ਾਇਦ ਕਹਿੰਦੇ ਕਿ ਬਹੁਤ ਜਲਦੀ ਮੈਂ ਉੱਥੇ ਪਹੁੰਚ ਜਾਵਾਂ, ਕਿ ਹੁਣ ਮੈਂ ਲਾਈਫ ਦੇ ਵਿੱਚ ਸ਼ਾਇਦ ਸਾਡੀਆਂ ਸੰਗਤਾਂ ਸਾਡੀਆਂ ਗੱਲਾਂ ਸੁਣ ਕੇ ਕਹਿਣ ਕਿ ਜੋ ਇਸ ਚੀਜ਼ ਵਿੱਚੋਂ ਗੁਜ਼ਰਿਆ ਕਿ ਮੈਂ ਵੀ ਜਲਦੀ ਇਸ ਚੀਜ਼ ਦੇ ਵਿੱਚ ਪਹੁੰਚਾਂ, ਕਿ ਮੈਂ ਵੀ ਕੋਈ ਮੀਨਿੰਗ ਦੇਣਾ ਚਾਹੁੰਦੀ ਹਾਂ, ਕਿ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਕਿ ਆਹਿਸਤਾ ਹੌਲੀ ਸਹਿਜੇ ਹੁੰਦੀ। ਆਪਾਂ ਸਟੇਜਿਸ ਦੀ ਗੱਲ ਸ਼ੁਰੂ ਵੀ ਕੀਤੀ ਸੀ, ਯਾਦ ਆ ਅਸੀਂ ਕਿਹਾ ਸੀਗਾ ਕਿ ਇਹ ਸਟੇਜਿਸ, ਇਹਨਾਂ ਨੂੰ ਸਟੇਜਿਸ ਕਹਿ ਦਿੰਦੇ ਆ, ਪਰ ਲੇਕਿਨ ਇਹ ਹਿੱਸਾ ਆ ਹਾਂਜੀ ਦਾ, ਠੀਕ ਹੈ। ਸੋ ਇਹ ਅਪ ਡਾਊਨ ਆਉਂਦੀ ਆ, ਇਹਦਾ ਇਹ ਨਹੀਂ ਹੈ ਕਿ ਹੁਣ ਮੈਂ ਇਸ ਚੀਜ਼ ਤੋਂ, ਮੈਂ ਡਿਪਰੈਸ਼ਨ ਚੋਂ ਅਗਲੇ ਤੇ ਜਾਣਾ। ਇਹ ਜ਼ਿੰਦਗੀ ਦਾ ਹੁਣ ਹਿੱਸਾ ਆ। ਜਿਹੜੀ ਐਕਸੈਪਟੈਂਸ ਆ ਉਹ ਵੀ ਜਦੋਂ ਤੁਸੀਂ ਰੈਡੀ ਹੋ ਗਏ, ਜਦੋਂ ਤੁਸੀਂ ਵਾਕਈ ਮੰਨ ਲਓਗੇ ਕਿ ਹਾਂ ਹੁਣ ਇਸ ਤੋਂ ਮੈਂ ਮੰਨ ਲਿਆ, ਮੈਂ ਦਿਲੋਂ ਮੰਨ ਲਿਆ, ਔਰ ਮੈਂ ਹੁਣ ਇਸ ਤੋਂ ਇਹਦਾ ਸ਼ੁਰੂਆਤ ਵਿੱਚ ਅਸੀਂ ਕਿਹਾ ਸੀ ਕੋਈ ਟਾਈਮ ਲਾਈਨ ਨਹੀਂ ਹੁੰਦੀ। ਹਾਂਜੀ, ਇਹ ਤੁਹਾਡੇ ਤੇ ਆ। ਤੁਸੀਂ ਕਈਆਂ ਨੂੰ ਹੁੰਦਾ ਜੇ ਕਿਸੇ ਦੇ ਬਹੁਤ ਪਿਆਰਾ, ਸਪੈਸ਼ਲੀ ਜੇ ਕਿਸੇ ਦਾ ਬੱਚੇ ਦੀ ਡੈਥ ਹੋ ਜਾਵੇ, ਮੋਸਟਲੀ ਹੁੰਦਾ ਕਿ ਅਸੀਂ ਕੁਝ ਕਰੀਏ, ਤਾਂ ਕਿਸੇ ਦੀ ਕੋਈ ਡੈਥ ਹੋ ਗਈ ਕੋਈ ਇਲਨੈਸ ਨਾਲ, ਉਹ ਇਲਨੈਸ ਦੀ ਅਵੇਅਰਨੈਸ ਨਹੀਂ ਹੈ, ਉਹ ਡੈਥ ਤੋਂ ਬਾਅਦ ਉਸ ਬਿਮਾਰੀ ਬਾਰੇ ਕਿਸੇ ਨੂੰ ਹੁੰਦਾ ਕਿ ਨਹੀਂ ਹੁਣ ਮੇਰੀ ਲਾਈਫ ਦਾ ਇਹ ਮਕਸਦ ਹੈ ਕਿ ਮੈਂ ਇਸ ਬਿਮਾਰੀ ਦੀ ਅਵੇਅਰਨੈਸ ਰੇਜ਼ ਕਰਨੀ ਹੈ। ਮੈਨੂੰ ਇਹਦਾ ਕੋਈ ਟਾਈਮ ਨਹੀਂ ਹੈ। ਇਹ ਤੁਹਾਡੇ ਤੇ ਜੋ ਵੀ ਅਸੀਂ ਗੱਲਾਂ ਕੀਤੀਆਂ ਨਾ ਕੁਲਜੀਤ ਭੈਣ ਜੀ, ਇਟਸ ਆਲ ਅਬਾਊਟ ਜੋ ਆਪਣੇ ਸਮੇਂ ਦੇ ਨਾਲ ਤੁਹਾਡੇ ਅਹਿਸਾਸ ਵਿੱਚ ਜੋ ਆਂਦਾ, ਜੋ ਤੁਹਾਨੂੰ ਸਹੀ ਲੱਗਦਾ, ਟਾਈਮ ਸਿਰ ਜਾਂ ਇਹੋ ਜਿਹੀ ਗੱਲ ਨਹੀਂ ਆਉਂਦੀ। ਜੋ ਤੁਹਾਡੀ ਫੀਲਿੰਗਸ ਤੁਹਾਨੂੰ ਕਹਿੰਦੀਆਂ ਆ, ਤੁਸੀਂ ਉਸ ਫੀਲਿੰਗਸ, ਜੋ ਤੁਹਾਡੀ ਟਰੂ ਫੀਲਿੰਗਸ ਆ ਕਹਿੰਦੀਆਂ, ਉਹਨਾਂ ਦੀ ਤੁਸੀਂ ਆਵਾਜ਼ ਸੁਣੋ, ਉਹਨਾਂ ਦੇ ਮੁਤਾਬਕ ਸੁਣੋ। ਇਹ ਨਹੀਂ ਕਿ ਉਸ ਬੰਦੇ ਨੇ ਇਸ ਤਰ੍ਹਾਂ ਕੀਤਾ ਮੈਂ ਵੀ ਹੁਣ ਇਸ ਤਰ੍ਹਾਂ, ਉਸ ਬੰਦੇ ਨੇ 3 ਸਾਲ ਬਾਅਦ ਇਹ ਕੀਤਾ, 4 ਸਾਲ। ਹਾਂ, ਇਹ ਮੈਂ ਪੁੱਛਣਾ ਚਾਹੁੰਦੀ ਸੀ ਕਿ ਸ਼ਾਇਦ ਕੋਈ ਵੀ ਜੋ ਸੁਣ ਰਹੇ ਨੇ, ਦੇਖ ਰਹੇ ਨੇ, ਉਹਨਾਂ ਨੂੰ ਇਸ ਤਰ੍ਹਾਂ ਲੱਗੇ ਕਿ ਮੈਂ ਇੱਥੇ ਤੱਕ ਕਿਉਂ ਨਹੀਂ ਪਹੁੰਚਿਆ ਹਜੇ। ਇਹ ਚੀਜ਼ ਦਾ ਫਿਰ ਕੀ ਅਸੀਂ ਕਹਿ ਸਕਦੇ ਕਿ ਜੇ ਕੋਈ ਕਹੇ ਕਿ ਮੈਨੂੰ ਤਾਂ ਇੰਨੇ ਸਾਲ ਹੋ ਗਏ, ਮੈਂ ਹਜੇ ਵੀ ਉਸ ਦੁੱਖ 'ਚ, ਮੈਂ ਇਹ ਮੀਨਿੰਗ ਨਿਕਾਲ ਨਹੀਂ ਸਕਿਆ ਜਾਂ ਨਿਕਾਲ ਨਹੀਂ ਸਕੀ ਕਿ ਮੈਂ ਕਿਸ ਤਰ੍ਹਾਂ ਉੱਥੇ ਪਹੁੰਚਣਾ ਹੈ। ਪਤਾ ਕੀ ਕੁਲਜੀਤ ਭੈਣ ਜੀ, ਕਈ ਵਾਰੀ ਕਿਉਂਕਿ ਅਸੀਂ ਸਟੇਜਿਸ ਕਹਿ ਰਹੇ ਨਾ, ਸਾਨੂੰ ਲੱਗਦਾ ਕਿ ਅਸੀਂ ਹਜੇ ਅਗਲੀ ਵੀ ਨਹੀਂ ਹੈਗੇ। ਇਹ ਨਾਲ ਦੀ ਨਾਲ ਚੱਲਦੀਆਂ ਆ। ਔਰ ਜਿਹੜੀ ਮੀਨਿੰਗ ਦੀ ਸਟੇਜ ਹੈ ਤਾਂ ਇਹ ਨਹੀਂ ਮਤਲਬ ਕਿ ਅਸੀਂ ਜ਼ਰੂਰੀ ਉੱਥੇ ਪਹੁੰਚ ਗਏ, ਬਹੁਤ ਪਹੁੰਚ ਜਾਂ ਕੁਝ ਵੱਡਾ ਕਰੀਏ। ਹਾਂਜੀ, ਮੇਰਾ ਐਗਜ਼ਾਮਪਲ ਜੋ ਮੈਂ ਦਿੱਤਾ, ਮੈਂ ਤਾਂ ਕੰਮ ਮੇਰਾ ਇਹ ਹੋ ਗਿਆ ਆ। ਪਰ ਜੇ ਤੁਸੀਂ ਆਮ ਤਰੀਕੇ ਤੇ ਜਾ ਰਹੇ ਹੋ, ਜੇ ਤੁਸੀਂ ਆਪਣੇ ਪਿਆਰੇ ਦੀ ਫੇਵਰੇਟ ਚੀਜ਼ਾਂ ਬਣਾਉਂਦੇ ਹੋ, ਉਹਨਾਂ ਦੇ ਫੇਵਰੇਟ ਗਾਣੇ ਸੁਣਦੇ ਹੋ, ਜੇ ਉਹਨਾਂ ਦਾ ਕੋਈ ਫੇਵਰੇਟ ਸ਼ਬਦ ਸੀ, ਤੁਸੀਂ ਆਲਰੇਡੀ ਉਹ ਚੀਜ਼ ਤੱਕ ਪਹੁੰਚ ਚੁੱਕੇ ਹੋ। ਤੁਹਾਨੂੰ ਸੋ ਆਈ ਥਿੰਕ ਤੁਹਾਡੇ ਕਹਿਣ ਦਾ ਮਤਲਬ ਕਿ ਇਹ ਨਹੀਂ ਹੈ, ਇੱਕ ਡੈਸਟੀਨੇਸ਼ਨ ਨਹੀਂ ਹੈ ਕਿ ਹੁਣ ਅਸੀਂ ਉੱਥੇ ਪਹੁੰਚ ਗਏ, ਇਹ ਸਫ਼ਰ ਹੀ ਹੈ, ਇਹ ਨਾਲ ਦੇ ਨਾਲ ਹੀ ਅਸੀਂ ਚੱਲਣਾ। ਭੈਣ ਜੀ ਤੁਸੀਂ ਇੱਕ ਬੁੱਕ ਵੀ ਨਾਲ ਲੈ ਕੇ ਆਏ ਹੋ ਸ਼ਾਇਦ। ਸੋ ਇਹ ਬੁੱਕ ਜਿਹੜੀ ਹੈ ਇਸ ਸਟੇਜ ਦੇ ਨਾਲ ਕਾਫੀ ਇਟਸ ਰੈਲੇਵੈਂਟ, ਕਿਉਂਕਿ ਇਹ ਜਿਹੜੀ ਮੇਰੇ ਜਦੋਂ ਡੈਡ ਦੀ ਡੈਥ ਹੋਈ ਸੀਗੀ, ਮੈਂ ਬਹੁਤ ਮਿਸ ਕਰਦੀ ਸੀ। ਸੋ ਮੈਂ ਜਰਨਲਿੰਗ ਕਰਦੀ ਸੀਗੀ। ਤੁਸੀਂ ਦਿਖਾਓਗੇ ਭੈਣ ਜੀ? ਜਿਹੜੀ ਬੁੱਕ ਮੈਂ ਲਿਖੀ ਹੈ, ਇਹਦਾ ਨਾਮ ਹੈਗਾ ਮਾਈ ਗ੍ਰੀਫ ਕੰਪੈਨੀਅਨ। ਇੰਗਲਿਸ਼ ਦੇ ਵਿੱਚ ਹੈ, ਲੇਕਿਨ ਇਹ ਇੱਕ ਜਰਨਲ ਹੈ ਜਿਹਦੇ ਵਿੱਚ ਤੁਸੀਂ ਥੋੜਾ ਜਿਹਾ ਸਾਨੂੰ ਭੈਣ ਜੀ ਖੋਲ ਕੇ ਵੀ ਦਿਖਾਓ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਨੇ ਇਹਦੇ ਵਿੱਚ। ਸੋ ਇਹ ਜਿਹੜੀ ਬੁੱਕ ਹੈ, ਇਹ ਤੁਹਾਡੇ ਲਵਡ ਵਨ, ਜਿਹੜਾ ਤੁਹਾਡਾ ਕੋਈ ਪਿਆਰਾ ਆ, ਉਹਨਾਂ ਦੇ ਵਾਸਤੇ ਆ। ਸੋ ਮੈਂ ਤੁਹਾਨੂੰ ਹੁਣੇ ਦਿਖਾਣੀ, ਜਿਸ ਤਰ੍ਹਾਂ ਤੁਹਾਡੇ ਜੇ ਕੋਈ ਪਿਆਰੇ ਦੀ ਕੋਈ ਡੈਥ ਹੋਈ, ਤੁਸੀਂ ਉਹਨਾਂ ਬਾਰੇ ਪਹਿਲਾਂ ਉਹਨਾਂ ਦਾ ਨਾਮ ਲਿਖੋ, ਉਹਨਾਂ ਦੀਆਂ ਜੇ ਫੋਟੋਜ਼, ਮੋਮੈਂਟੋਜ਼, ਜਿਹੜੀਆਂ ਚੀਜ਼ਾਂ ਤੁਸੀਂ ਸਾਂਭ ਕੇ ਰੱਖਦੇ ਹੋ, ਉਹ ਵੀ ਐਡ ਕਰ ਸਕਦੇ। ਉਹਨਾਂ ਦੀ ਥਾਂ ਤੇ ਸੰਭਾਲ ਕੇ, ਉਹਨਾਂ ਦੇ ਕੀ ਫੇਵਰੇਟ ਚੀਜ਼ਾਂ ਸੀਗੀਆਂ। ਔਰ ਜਿਉਂ-ਜਿਉਂ ਅਸੀਂ ਗ੍ਰੀਫ ਦੇ ਥਰੂ ਜਾਂਦੇ ਹਾਂ, ਥੋੜੇ ਅਸੀਂ ਇਹ ਸੈਕਸ਼ਨਸ ਪਾਏ ਆ ਉਹਨਾਂ ਦੇ ਬਾਰੇ। ਜੇ ਤੁਸੀਂ ਉਹਨਾਂ ਨੂੰ ਕਈ ਗੱਲਾਂ ਨਹੀਂ ਕਹਿ ਸਕੇ, ਜੋ ਤੁਸੀਂ ਬਿਆਨ ਨਹੀਂ ਕਰ ਸਕਦੇ, ਬਾਅਦ ਵਿੱਚ ਆਪਾਂ ਕਿਹਾ ਸੀ ਐਕਸਪ੍ਰੈਸ਼ਨ ਬਹੁਤ ਇੰਪੋਰਟੈਂਟ ਆ। ਹਾਂਜੀ, ਇਸ ਬੁੱਕ ਦੇ ਵਿੱਚ ਇੱਕ ਸੈਕਸ਼ਨ ਆ ਜਿਹਦੇ ਵਿੱਚ ਤੁਸੀਂ ਲਿਖ ਸਕਦੇ ਹੋ ਜੋ ਤੁਸੀਂ ਨਹੀਂ ਕਹਿ ਸਕੇ। ਜੇ ਤੁਸੀਂ ਫੋਟੋਆਂ ਐਡ ਕਰਨੀਆਂ ਤੁਸੀਂ ਕਰ ਸਕਦੇ, ਜਿੱਦਾਂ ਆਪਣੀ ਲਾਈਫ ਵਿੱਚ ਆਪਾਂ ਕਿੰਨੇ ਰਿਚੁਅਲਸ, ਤਿਉਹਾਰ ਮਨਾਉਂਦੇ ਉਹਨਾਂ ਦੇ ਵਾਸਤੇ, ਉਹ ਲੰਘ ਜਾਂਦੇ, ਅਸੀਂ ਭੁੱਲ ਜਾਂਦੇ ਹਾਂ। ਇਹਦੇ ਵਿੱਚ ਤੁਸੀਂ ਉਹ ਸਾਰਾ ਸਮੇਟ ਕੇ
ਇੱਕ ਟ੍ਰਿਬਿਊਟ ਉਹਨਾਂ ਲਈ ਕ੍ਰੀਏਟ ਕਰ ਸਕਦੇ ਹੋ ਜੋ ਤੁਸੀਂ ਆਪਣਾ ਸੋਗ ਜਿਹੜਾ ਉਹਦੇ ਨਾਲ ਐਕਸਪ੍ਰੈਸ ਕਰਦੇ ਹੋ, ਜੋ ਡੀਲ ਕਰਦੇ ਹੋ। ਸੋ ਇਹ ਸਿਰਫ ਇੱਕ ਜਰਨਲ ਨਹੀਂ ਆ, ਇਹੋ ਜਿਹੀ ਬੁੱਕ ਹੈ ਜਿਹੜੀ ਤੁਸੀਂ ਆਪਣੇ ਲਵਡ ਵਨ ਲਈ ਤੁਸੀਂ ਉਹਨਾਂ ਦੀਆਂ ਮੈਮਰੀਜ਼, ਜਿਹਨਾਂ ਦੀ ਕੋਈ ਯਾਦਗਿਰੀ ਤੁਸੀਂ ਉਹ ਯਾਦ ਕਰਕੇ ਲਿਖਣੇ ਕਿ ਮੇਰੇ ਫਲਾਣੇ ਨੇ ਇਸ ਤਰ੍ਹਾਂ ਕਹਿੰਦੇ ਹੁੰਦੇ ਸੀਗੇ, ਮੇਰੇ ਕੋ ਆਹ ਫੋਟੋ ਆ, ਜਾਂ ਮੈਂ ਉੱਥੇ ਗਈ ਸੀ ਮੇਰੇ ਕੋ ਟਿਕਟ ਪਈ ਆ, ਉਹਨਾਂ ਦਾ ਡਰਾਈਵਿੰਗ ਲਾਇਸੈਂਸ ਪਿਆ ਆ। ਤੁਸੀਂ ਇਹ ਚੀਜ਼ਾਂ ਉਹਨਾਂ ਦੇ ਵਿੱਚ ਸਟਿਕ ਕਰਕੇ ਜਦੋਂ ਤੁਸੀਂ ਇਹਦੇ ਨਾਲ, ਔਰ ਇੱਦਾਂ ਨਹੀਂ ਕਿ ਇਟਸ ਜਿੱਦਾਂ ਤੁਹਾਨੂੰ ਲੋੜ ਪਵੇ ਤੁਸੀਂ ਇਸ ਬੁੱਕ ਨੂੰ ਯੂਜ਼ ਕਰੋਗੇ। ਐਂਡ ਆਈ ਥਿੰਕ ਸਭ ਤੋਂ ਖਾਸ ਚੀਜ਼ ਇਸ ਬੁੱਕ ਦੀ ਇਹ ਹੈ ਕਿ ਇਹਨੂੰ ਪਹਿਲੇ ਪੇਜ ਤੋਂ ਲੈ ਕੇ ਅਖੀਰਲੇ ਪੇਜ ਤੱਕ ਨਹੀਂ ਕਰਨਾ, ਇਹਨੂੰ ਕਿਸੇ ਵੀ ਵਰਕੇ ਤੇ ਖੋਲ ਕੇ, ਕਿਸੇ ਵੀ ਪੇਜ ਤੇ ਖੋਲ ਕੇ ਕਿ ਅੱਜ ਇਹ ਕਰ ਲਿਆ। ਇਹਦੇ ਵਿੱਚ ਜਿਵੇਂ ਤੁਸੀਂ ਸਟੇਜਸ ਦੀ ਗੱਲ ਕੀਤੀ ਹੈ ਕਿ ਅੱਗੇ ਪਿੱਛੇ ਜਾਣਾ ਹੈ, ਕਿ ਨਾਲ ਦੀ ਨਾਲ ਕਿ ਇਹ ਕਿਤਾਬ ਵੀ ਉਸ ਤਰ੍ਹਾਂ ਦੀ ਹੈ ਕਿ ਕਦੇ ਇੱਥੇ ਤੇ ਕਦੇ ਉੱਥੇ, ਕਹਿ ਨਹੀਂ ਕਿ ਜੀ ਪਹਿਲੇ ਪੇਜ ਤੋਂ ਸ਼ੁਰੂ ਕਰਕੇ ਅਸੀਂ ਅਖੀਰਲੇ ਪੇਜ ਤੱਕ ਜਾਣਾ ਹੈ। ਨਾਲੇ ਮੇਰਾ ਇਹਦੇ 'ਚ ਇਹ ਮਕਸਦ ਸੀਗਾ ਕਿ ਇਹ ਪਹਿਲੇ ਤਾਂ ਤੁਹਾਨੂੰ ਹੈਲਪ ਕਰੇਗੀ, ਜੋ ਤੁਸੀਂ ਗੁਜ਼ਰ ਰਹੇ ਹੋ ਤੁਸੀਂ ਲਿਖ ਸਕਦੇ ਹੋ, ਕਈ ਸੈਕਸ਼ਨ ਖਾਲੀ ਤੁਸੀਂ ਡਰਾਅ ਵੀ ਕਰ ਸਕਦੇ ਹੋ, ਕਿਉਂਕਿ ਗ੍ਰੀਫ ਸ਼ਾਇਦ ਕਈ ਵਾਰੀ ਤੁਹਾਡਾ ਲਿਖਣ ਨੂੰ ਵੀ ਨਹੀਂ ਦਿਲ ਕਰਦਾ, ਸ਼ਾਇਦ ਤੁਹਾਡੇ ਕੋਲੇ ਲਫ਼ਜ਼ ਵੀ ਨਹੀਂ ਹੈਗੇ ਬਿਆਨ ਕਰਨ ਵਾਸਤੇ ਕੁਝ। ਸੋ ਇਸ ਤਰ੍ਹਾਂ ਤੁਸੀਂ ਆਪਣਾ ਗ੍ਰੀਫ ਜਿਹੜਾ ਆ ਉਹਨੂੰ ਐਕਸਪ੍ਰੈਸ ਕਰ ਸਕਦੇ ਹੋ, ਪਰ ਨਾਲ ਦੀ ਨਾਲ ਜੋ ਤੁਸੀਂ ਬਿਊਟੀਫੁਲ ਜਿਹੜੀ ਬਹੁਤ ਸੋਹਣੀ ਤੁਸੀਂ ਟ੍ਰਿਬਿਊਟ ਉਹਨਾਂ ਲਈ ਨਿਸ਼ਾਨੀ ਜਦੋਂ ਕ੍ਰੀਏਟ ਕਰਦੇ ਹੋ, ਕਿਉਂਕਿ ਆਪਾਂ ਚੀਜ਼ਾਂ ਭੁੱਲ ਜਾਂਦੇ ਹਾਂ। ਇਹਦੇ ਵਿੱਚ ਇੱਕ ਸੈਕਸ਼ਨ ਹੈਗਾ ਡ੍ਰੀਮਸ ਬਾਰੇ, ਜਿਹੜੇ ਸੁਪਨੇ ਵੀ ਆਉਂਦੇ ਨੇ, ਆਪਾਂ ਭੁੱਲ ਜਾਂਦੇ ਹਾਂ ਕਿ ਅਗਲੇ ਦਾ ਸੁਪਨਾ ਆਇਆ ਸੀ, ਉਹਨੇ ਕੀ ਕਿਹਾ ਸੀਗਾ, ਉਹ ਇਸ ਤਰ੍ਹਾਂ ਸੀ, ਉਹਨਾਂ ਨੇ ਆਹ ਕੱਪੜੇ ਪਾਏ ਸੀ। ਤੁਸੀਂ ਉਹ ਲਿਖ ਕੇ ਉਹ ਜਿੱਦਾਂ ਤੁਹਾਡੀ ਯਾਦਾਂ ਸਾਰੀਆਂ ਤੁਸੀਂ ਯਾਦ ਜੋ ਤੁਹਾਡੀ ਜਰਨੀ, ਇਹ ਫਿਰ ਤੁਸੀਂ ਤੁਹਾਡੀ ਲਾਈਫ ਟਾਈਮ ਲਈ ਹੈ। ਐਂਡ ਇਹ ਫਿਰ ਸਿਰਫ ਤੁਹਾਡੇ ਵਾਸਤੇ ਨਹੀਂ, ਸ਼ਾਇਦ ਤੁਹਾਡੇ ਆਉਣ ਵਾਲੇ ਵਾਸਤੇ ਹੈ ਜੀ, ਜਿਨ੍ਹਾਂ ਨੇ ਸ਼ਾਇਦ ਉਹਨਾਂ ਨੇ ਜਾਣਿਆ ਵੀ ਨਹੀਂ ਹੈ। ਬਿਲਕੁਲ, ਹਾਂਜੀ। ਜੇ ਤੁਹਾਡੇ ਗ੍ਰੈਂਡ ਚਿਲਡਰਨ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਕਿ ਉਹ ਮੇਰੇ ਮੇਰੀ ਮੰਮੀ ਦੇ ਡੈਡ ਐਸਾ ਕਰਦੇ ਸੀਗੇ। ਸੋ ਇਟਸ ਅ ਬਿਊਟੀਫੁਲ ਟ੍ਰਿਬਿਊਟ। ਔਰ ਇਹ ਸਿਰਫ ਤੁਸੀਂ ਆਪਣੇ ਲਈ ਨਹੀਂ, ਜੇ ਤੁਹਾਡਾ ਕੋਈ ਆਪਾਂ ਕਹਿ ਕਿਸੇ ਨੂੰ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ। ਕਿੰਨੀ ਵਾਰੀ ਕੋਈ ਫਲਾਵਰਸ ਲਿਆਂਦਾ ਆ ਜਾਂ ਕੁਛ, ਉਹ ਥੋੜੀ ਦੇਰ ਬਾਅਦ ਉਹਨਾਂ ਦਾ ਕੁਛ ਅਸਰ ਹੁੰਦਾ ਨਹੀਂ ਆ, ਉਹਦਾ ਮੀਨਿੰਗ ਤਾਂ ਆਪਾਂ ਨੂੰ ਹੁੰਦਾ ਕਿ ਅਸੀਂ ਕਿਸੇ ਨੂੰ ਹੈਲਪ ਕਰੀਏ, ਪਰ ਇਹੋ ਜਿਹੀ ਤੁਸੀਂ ਜੇ ਤੁਹਾਡੇ ਬਹੁਤ ਨਜ਼ਦੀਕ ਆ, ਜੇ ਤੁਹਾਨੂੰ ਪਤਾ ਕਿ ਉਹ ਇਹੋ ਜਿਹੀ ਚੀਜ਼ਾਂ ਲਾਈਕ ਕਰਦਾ ਕਿ ਇਸ ਚੀਜ਼ ਦਾ ਫਾਇਦਾ ਆ, ਪਰ ਇਸ ਚੀਜ਼ ਦਾ ਬਹੁਤ ਬਿਊਟੀਫੁਲ ਰਿਜ਼ਲਟ ਆ, ਕਿਉਂਕਿ ਤੁਸੀਂ ਇਸ ਚੀਜ਼ ਨੂੰ ਹਮੇਸ਼ਾ ਲਈ ਰੱਖ ਸਕਦੇ। ਸੋ ਮੇਰੇ ਲਈ ਇਹ ਬਹੁਤ ਸੀਗਾ, ਕਿਉਂਕਿ ਮੈਨੂੰ ਪਤਾ ਮੈਨੂੰ ਬਹੁਤ ਹੈਲਪ ਹੋਈ ਸੀਗੀ ਜਦੋਂ ਮੈਂ ਜਰਨਲਿੰਗ ਕੀਤੀ ਸੀਗੀ। ਮੇਰੇ ਕੋਲ ਅੱਜ ਤੱਕ ਮੇਰੇ ਪਾਸ ਜਰਨਲਸ ਹੈਗੀਆਂ ਜੋ ਮੈਂ, ਲੇਕਿਨ ਉਹ ਫੋਟੋਆਂ, ਉਹ ਮੈਮਰੀਜ਼, ਕਈ ਚੀਜ਼ਾਂ ਜੋ ਹੋਈਆਂ ਉਹ ਸਾਰੀਆਂ ਭੁੱਲ ਪਲ ਗਈਆਂ ਆ। ਸੋ ਮੈਨੂੰ ਸੀਗਾ ਕਿ ਮੈਂ ਇਹੋ ਜਿਹੀ ਚੀਜ਼, ਔਰ ਐਮਾਜ਼ੋਨ 'ਤੇ ਵੀ ਮਿਲਦੀ ਆ, ਸੋ ਜੀ ਕਿਸੇ ਨੇ ਲੈਣੀ ਆ, ਕਿਸੇ ਲਈ ਤੁਸੀਂ ਗਿਫਟ ਕਰਨੀ ਆ ਕਰ ਸਕਦੇ। ਪਰ ਇਹਦਾ ਮੀਨਿੰਗ ਆ, ਮਤਲਬ ਇਹ ਅਸੀਂ ਕਹਿ ਰਹੇ ਸੀ ਕਿ ਮੀਨਿੰਗ ਅਸੀਂ ਜੋ ਸਾਡੇ ਨਾਲ ਹੋਇਆ ਆ ਉਹ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਰੋਜ਼ ਔਰ ਹੋਰ ਆਪਣੀ ਲਾਈਫ ਵਿੱਚ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਦੇ ਵਿੱਚ ਅਸੀਂ ਉਸ ਬੰਦੇ ਦੀ ਯਾਦ, ਉਸ ਬੰਦੇ ਦਾ ਜੋ ਉਹਨਾਂ ਦੇ ਅਸੂਲ ਸੀਗੇ, ਜੋ ਉਹਨਾਂ ਦੇ ਤਰੀਕੇ ਸੀ, ਪਸੰਦ ਸੀਗੇ, ਉਹ ਕਿਸ ਤਰ੍ਹਾਂ ਅਸੀਂ ਯਾਦ ਰੱਖੀਏ, ਤਾਜ਼ਾ ਰੱਖੀਏ, ਤਾਂ ਕਿ ਉਹ ਹਮੇਸ਼ਾ ਇਨ ਅ ਵੇ ਵੀ ਵਾਂਟ ਟੂ ਉਹਨਾਂ ਨੂੰ ਹਮੇਸ਼ਾ ਅਸੀਂ ਜ਼ਿੰਦਾ ਰੱਖੀਏ ਇਨ ਦੈਟ ਸੈਂਸ। ਸੋ ਜਦੋਂ ਆਪਾਂ ਇਸ ਸਟੇਜ ਤੱਕ ਆ ਜਾਂਦੇ ਨਾ, ਫਿਰ ਜਿਹੜਾ ਗ੍ਰੀਫ ਆ ਆਲਮੋਸਟ ਉਹ ਤੁਹਾਡਾ ਫਰੈਂਡ ਇਨ ਅ ਵੇ, ਇਟਸ ਲਾਈਕ ਆਈ ਫੀਲ, ਮੇਰੇ ਲਈ ਮੈਂ ਇਸ ਤੱਕ ਪਹੁੰਚ ਗਈ ਕਿ ਉਹਦੇ ਨਾਲ ਫਿਰ ਤਕਲੀਫ ਨਹੀਂ ਹੁੰਦੀ, ਉਹਦੇ ਨਾਲ ਤੁਸੀਂ ਰਹਿਣਾ ਸਿੱਖ ਜਾਂਦੇ ਹੋ, ਕਿ ਉਹ ਤੁਹਾਡਾ ਇੱਕ ਹਿੱਸਾ ਬਣ ਜਾਂਦੀ ਹੈ, ਕਿ ਉਹ ਇੱਕ ਦੁੱਖ ਵਾਲੀ ਚੀਜ਼ ਨਹੀਂ ਬਣ ਜਾਂਦੀ, ਉਹ ਇੱਕ ਖੁਸ਼ੀ ਵਾਲੀ ਚੀਜ਼ ਬਣ ਜਾਂਦੀ ਹੈ। ਜਦੋਂ ਆਉਂਦਾ ਆ ਹੁਣ, ਜੇ ਮੈਂ ਯਾਦ ਕਰਦੀ ਦੁੱਖ ਹੀ ਹੁੰਦੀ ਹੈ, ਪਰ ਮੈਨੂੰ ਦੁੱਖ ਵਿੱਚ ਵੀ ਮੈਨੂੰ ਹੁੰਦਾ ਕਿ ਮੈਂ ਪਿਆਰ ਹਜੇ ਵੀ ਹੈਗਾ ਤੇ ਖੁਸ਼ੀ ਹੁੰਦੀ ਹੈ ਕਿ ਹਾਂ ਹਜੇ ਤੱਕ ਮੈਨੂੰ ਉਸ ਚੀਜ਼ ਦਾ, ਮੈਨੂੰ ਉਹ ਮੇਰੀ ਜਿਹੜੇ ਅਹਿਸਾਸ ਹੈਗੇ। ਸੋ ਇਹ ਜਿਹੜੀ ਸਟੇਜ ਹੈ ਇਹ ਬਹੁਤ ਇੰਪੋਰਟੈਂਟ ਹੈਗੀ ਆ, ਪਰ ਇਹ ਨਾਲ ਦੀ ਨਾਲ ਚੱਲਦੀ। ਸੋ ਅਸੀਂ ਮਤਲਬ ਕਿ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਅਸੀਂ ਇਹ ਡਿਸਕਸ ਕੀਤੀ ਹੈ ਕਿ ਸਟੇਜਸ ਇਹ ਨਹੀਂ ਹੈ ਕਿ ਅਸੀਂ ਹੁਣ ਕਿਤੇ ਪਹੁੰਚਣਾ ਹੈ ਕਿਸੇ ਡੈਸਟੀਨੇਸ਼ਨ ਦੇ ਉੱਤੇ, ਕਿ ਨਾਲ ਦੀ ਨਾਲ ਇੱਕ ਸਫ਼ਰ ਦੀ ਤਰ੍ਹਾਂ ਚੱਲਦਾ ਹੈ। ਭੈਣ ਜੀ, ਹੋਰ ਵੀ ਕੁਝ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਜੋ ਕਿ ਅਸੀਂ ਆਪਣੇ ਐਪੀਸੋਡਸ ਦੇ ਵਿੱਚ ਨਹੀਂ ਸ਼ੇਅਰ ਕੀਤਾ? ਮੈਂ ਇੱਕ ਚੀਜ਼ ਕਰਨਾ ਚਾਹੁੰਦੀ, ਕਿਉਂਕਿ ਕਈ ਗੱਲਾਂ ਰਹਿ ਜਾਂਦੀਆਂ ਨੇ। ਹਾਂਜੀ। ਸੋ ਜੇ ਤੁਸੀਂ ਕਿਸੇ ਟਾਈਮ ਤੇ ਉਸ ਟਾਈਮ ਤੇ ਜੇ ਤੁਹਾਡੇ ਨਾਲ ਬਹੁਤ ਸੋਗ ਇੱਕਦਮ ਆ ਰਿਹਾ, ਤੁਸੀਂ ਦੁਖੀ ਹੋ ਰਹੇ ਹੋ, ਜਿਹੜਾ ਗ੍ਰੀਫ ਔਰ ਕੋਈ ਵੀ ਤੁਹਾਡੀ ਫੀਲਿੰਗਸ ਆ ਆਪਣੀ ਬੋਡੀ ਵਿੱਚ ਵੀ ਹੁੰਦੀਆਂ, ਆਪਣੇ ਸਰੀਰ ਦੇ ਵਿੱਚ। ਹਾਂਜੀ, ਬਿਲਕੁਲ, ਕਿਉਂਕਿ ਬੋਡੀ ਹੈਜ਼ ਮੈਮੋਰੀ। ਤੇ ਅਸੀਂ ਉਸ ਟਾਈਮ ਤੇ ਆਪਣੇ ਦਿਮਾਗ ਦੇ ਵਿੱਚ ਬਹੁਤ ਹੁੰਦੇ ਆ, ਕਿਉਂਕਿ ਸਾਡਾ ਦਿਮਾਗ ਜਿਹੜਾ ਫੁੱਲ ਹੁੰਦਾ ਹੈ, ਅਸੀਂ ਸੋਚਦੇ ਹਾਂ, ਯਾਦ ਕਰਦੇ ਹਾਂ। ਅਸੀਂ ਕਈ ਵਾਰੀ ਉਹ ਕਹਿੰਦੇ ਲੂਪਿੰਗ ਥੋਟਸ, ਇੱਕ ਚੀਜ਼ ਕਿ ਉਹ ਇਸ ਤਰ੍ਹਾਂ ਹੋਇਆ,
ਫਿਰ ਮੈਂ ਇਸ ਤਰ੍ਹਾਂ ਕੀਤਾ, ਉਹ ਬਾਰ-ਬਾਰ ਸਾਡੇ ਦਿਮਾਗ ਵਿੱਚ ਜਦੋਂ ਉਹੀ ਘੁੰਮਦਾ ਚੱਲ ਹੈ। ਰਿਹਾ। ਜੇ ਅਸੀਂ ਉਸ ਟਾਈਮ ਤੇ ਬਹੁਤ ਦੁਖੀ ਵੀ ਹੋਈਏ, ਵੀ ਕੈਨ ਬੀ ਵੈਰੀ ਸਟਕ। ਮਤਲਬ ਕਿ ਉਹਦੇ ਵਿੱਚੋਂ ਕਿਵੇਂ ਬਾਹਰ ਨਿਕਲਣਾ। ਸੋ ਇੱਕ ਸਿੰਪਲ ਜੀ ਐਕਸਰਸਾਈਜ਼ ਅਸੀਂ ਕਰ ਸਕਦੇ ਹਾਂ, ਜਿਹਦੇ ਨਾਲ ਤੁਸੀਂ ਆਪਣੇ ਮਨ ਚੋਂ ਨਿਕਲ ਕੇ ਆਪਣੇ ਬੋਡੀ ਦੇ ਵਿੱਚ ਪਹਿਲਾਂ ਆਓ। ਤੁਸੀਂ ਆਪਣੇ ਪਹਿਲੇ ਸੀਰੀਜ਼ ਵਿੱਚ ਮਾਈਂਡਫੁਲਨੈਸ ਵੀ ਕੀਤੀ। ਇਟਸ ਆਲਮੋਸਟ ਜਿੱਦਾਂ ਇਹ ਮਾਈਂਡਫੁਲਨੈਸ ਟਾਈਪ ਦੀ ਐਕਸਰਸਾਈਜ਼ ਆ। ਮਤਲਬ ਕਿ ਆਪਣੇ ਆਪ ਨੂੰ ਇਸ ਪਲ ਦੇ ਵਿੱਚ ਲੈ ਕੇ ਆਉਣਾ। ਤੁਸੀਂ ਸਾਨੂੰ ਦਿਖਾਓਗੇ ਭੈਣ ਜੀ ਕਿਵੇਂ? ਬਿਲਕੁਲ। ਸੋ ਜਿਵੇਂ ਆਪਾਂ ਹੁਣ ਬੈਠੇ ਹਾਂ, ਇਮੇਜਿਨ ਕਿ ਮੈਨੂੰ ਇਸ ਵੇਲੇ ਮੈਂ ਆਪਣੇ ਪਾਪਾ ਨੂੰ ਬਹੁਤ ਯਾਦ ਕਰ ਰਹੀ ਹਾਂ, ਮੈਂ ਅਪਸੈਟ ਹੋ ਰਹੀ ਹਾਂ ਜਾਂ ਮੇਰੇ ਦਿਮਾਗ ਵਿੱਚ ਬਹੁਤ ਕੁਝ ਹੋ ਰਿਹਾ। ਪਹਿਲੀ ਗੱਲ ਤਾਂ ਤੁਸੀਂ ਆਪਣੀ ਗਰਾਊਂਡਿੰਗ, ਜਿੱਥੇ ਤੁਸੀਂ ਬੈਠੇ ਹੋ ਜਾਂ ਜਿੱਥੇ ਤੁਸੀਂ ਖੜੇ ਹੋ, ਉਹਨਾਂ ਦੀ ਤੁਸੀਂ ਪਹਿਲੇ ਅਵੇਅਰਨੈਸ ਲਿਆਓ ਕਿ ਤੁਸੀਂ ਕਿੱਥੇ। ਸੋ ਜਿਵੇਂ ਆਪਾਂ ਬੈਠੇ, ਧਿਆਨ ਲੈ ਕੇ ਆਓ ਕਿ ਹੁਣ ਮੈਂ ਇਸ ਵੇਲੇ ਕੁਰਸੀ ਤੇ ਬੈਠੀ ਹਾਂ, ਮੇਰੀ ਬੈਕ ਪਿੱਛੇ ਸਪੋਰਟਡ ਆ, ਮੇਰੇ ਪੈਰ ਜ਼ਮੀਨ ਤੇ ਆ। ਥੋੜਾ ਜਿਹਾ ਆਪਣੇ ਪੈਰਾਂ ਨੂੰ ਹਿਲਾਓ, ਆਪਣੇ ਜਿਹੜੇ ਟੋਜ਼ ਆ ਤਾਂ ਆਪਣੀ ਉਂਗਲਾਂ ਨੂੰ ਤੁਸੀਂ ਮਹਿਸੂਸ ਕਰੋ, ਫੀਲ ਕਰੋ। ਸੋ ਆਪਣੀ ਬੋਡੀ ਦੇ ਵਿੱਚ ਪਹਿਲਾ ਸਟੈਪ ਇਹ ਆ, ਨੰਬਰ 1, ਕਿ ਗਰਾਊਂਡ ਯੋਰਸੈਲਫ, ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਤੁਸੀਂ ਖੜੇ ਹੋ। ਸੈਕੰਡ ਚੀਜ਼ ਆ ਆਪਣਾ ਸਾਹ, ਸਾਡਾ ਬ੍ਰੈਥ। ਠੀਕ ਹੈ। ਹਾਂਜੀ। ਉਹ ਬ੍ਰੈਥ ਦਾ ਪਹਿਲੇ ਸਿਰਫ ਨੋਟ ਕਰੋ ਕਿ ਮੇਰੀ ਬਰੀਦਿੰਗ ਮੈਂ ਕਿਸ ਤਰ੍ਹਾਂ ਦੀ ਚੱਲ ਰਹੀ ਆ। ਮੈਂ ਬਹੁਤ ਫਾਸਟ ਬ੍ਰੈਥ ਲੈ ਰਹੀ ਹਾਂ ਕਿ ਮੈਂ ਹੌਲੀ ਬ੍ਰੈਥ ਲੈ। ਆਪਣੇ ਬ੍ਰੈਥ ਦੀ ਅਵੇਅਰਨੈਸ, ਧਿਆਨ ਲੈ ਕੇ ਆਓ ਸਵਾਸਾਂ ਦੇ ਵਿੱਚ। ਜਿੱਦਾਂ ਆਪਾਂ ਹੁਣ ਗੱਲ ਕਰ ਰਹੇ ਹਾਂ, ਆਪਾਂ ਪਹਿਲੇ ਆਪਾਂ ਹੁਣ ਥੋੜਾ ਜਿਹਾ ਧਿਆਨ ਦਿੱਤਾ ਕਿ ਕਿੱਥੇ ਬੈਠੇ ਆ, ਸਾਡਾ ਸਾਹ ਕਿਸ ਤਰ੍ਹਾਂ ਆ। ਫਿਰ ਆਹਿਸਤਾ ਉਸ ਸਾਹ ਨੂੰ ਆਪਾਂ ਡੀਪ ਕਰਨਾ ਆ, ਉਹਨੂੰ ਹੋਰ ਡੂੰਘਾ ਕਰਨਾ। ਹਾਂਜੀ। ਠੀਕ ਹੈ। ਸੋ ਡੂੰਘਾ ਕਿਵੇਂ ਕਰਨਾ? ਆਪਣੇ ਜਿਹੜੇ ਹੱਥ ਆ ਆਪਾਂ ਆਪਣੇ ਇੱਥੇ ਪੇਟ ਤੇ ਰੱਖ ਸਕਦੇ ਹਾਂ। ਪੇਟ ਤੇ ਰੱਖ ਕੇ ਮਾੜਾ ਜਿਹਾ ਜਦੋਂ ਆਪਾਂ ਬਰੀਦ ਇਨ ਕਰਨਾ, ਇਸ ਤਰ੍ਹਾਂ ਕਰੋ ਬਰੀਦ ਇਨ ਕਿ ਤੁਹਾਡਾ ਢਿੱਡ ਬਾਹਰ ਨੂੰ ਆਵੇ। ਠੀਕ ਹੈ। ਸੋ ਪਹਿਲਾਂ ਤਾਂ ਸਾਹ ਬਾਹਰ ਕੱਢ ਦਿਓ। ਹੁਣ ਡੀਪ ਬ੍ਰੈਥ ਲਵੋ ਤੇ ਇਸ ਤਰ੍ਹਾਂ ਮਹਿਸੂਸ ਕਰੋ ਕਿ ਤੁਹਾਡਾ ਜਿਹੜਾ ਢਿੱਡ ਹੈ ਥੋੜਾ ਬਾਹਰ ਨੂੰ ਆ ਰਿਹਾ। ਹੁਣ ਜਦੋਂ ਬਰੀਦ ਆਊਟ ਕਰੋ, ਢਿੱਡ ਨੂੰ ਅੰਦਰ ਲੈ ਕੇ ਜਾਓ। ਇੱਕ ਵਾਰੀ ਹੋਰ ਬਰੀਦ ਇਨ, ਫਿਰ ਸਾਹ ਨੂੰ ਛੱਡ ਦਿਓ। ਤੇ ਉਸ ਟਾਈਮ ਤੇ ਆਪਣਾ ਜਿਹੜਾ ਬ੍ਰੈਥ ਆ ਉਹਨੂੰ ਡੂੰਘਾ ਕਰੋ। ਜਿਹੜਾ ਬਾਹਰ ਆਪਾਂ ਸਾਹ ਕੱਢਦੇ, ਉਹਨੂੰ ਜਿਹੜਾ ਅੰਦਰ ਲੈ ਆਇਆ ਉਸ ਤੋਂ ਜ਼ਿਆਦਾ ਲੰਬਾ ਕਰੋ। ਸੋ ਜਿਹੜਾ ਆਪਾਂ ਅੰਦਰ ਸਾਹ ਲੈਂਦੇ ਆ ਉਹ ਥੋੜਾ ਛੋਟਾ ਭਾਵੇਂ ਹੋਵੇ, ਪਰ ਜਿਹੜਾ ਅਸੀਂ ਬਾਹਰ ਕੱਢਦੇ ਉਹਨੂੰ ਡੂੰਘਾ ਤੇ ਲੰਬਾ ਲੈਣਾ ਸ਼ੁਰੂ ਕਰੋ। ਇਹ ਜਿਹੜਾ ਤੁਹਾਡਾ ਪੈਰਾਸਿੰਪੈਥੈਟਿਕ ਸਿਸਟਮ ਹੁੰਦਾ, ਜਿਹੜਾ ਤੁਹਾਡਾ ਨਰਵਸ ਸਿਸਟਮ ਜਿਹੜਾ ਤੁਹਾਨੂੰ ਫਾਈਟ ਔਰ ਫਲਾਈਟ ਰੈਡੀ ਕਰਦਾ, ਉਹਨੂੰ ਤੁਹਾਨੂੰ ਕਾਮ ਡਾਊਨ ਕਰਨ ਲੱਗ ਜਾਂਦਾ। ਸੋ ਇਹ ਉਸ ਸਮੇਂ ਜਦੋਂ ਅਸੀਂ ਬਹੁਤ ਆਪਣੇ ਆਪ ਤੋਂ ਬਾਹਰ ਹੋ ਜਾਈਏ, ਕਿ ਜਦੋਂ ਅਸੀਂ ਬਿਲਕੁਲ, ਜੇ ਅੰਗਰੇਜ਼ੀ ਦੇ ਵਿੱਚ ਕਹਿੰਦੇ when we get overwhelmed, we're so overwhelmed with all these emotions, ਇਹ ਜਜ਼ਬਾਤ ਤੇ ਖਿਆਲ। ਸੋ ਅਸੀਂ ਉਸ ਵੇਲੇ ਆਪਣਾ ਧਿਆਨ ਇਸ ਪਲ ਦੇ ਵਿੱਚ ਵਾਪਸ ਕਿਵੇਂ ਲੈ ਕੇ ਆਉਣਾ, ਸਵਾਸਾਂ ਦੇ ਨਾਲ ਕਿਵੇਂ ਜੋੜਨਾ ਹੈ, ਤੇ ਉਹਦੇ ਨਾਲ ਫਿਰ ਅਸੀਂ ਆਪਣੇ ਖਿਆਲਾਂ ਤੋਂ ਬਾਹਰ ਹੋ ਜਾਵਾਂਗੇ। ਪਹਿਲੀ ਗੱਲ, ਜਿੱਥੇ ਆਪਾਂ ਬੈਠੇ ਆ, ਖੜੇ ਆ, ਤੁਹਾਡੇ ਸਵਾਸ, ਫਿਰ ਉਹਨੂੰ ਡੂੰਘਾ ਕਰਨਾ ਸ਼ੁਰੂ। ਔਰ ਉਸ ਟਾਈਮ ਤੇ ਜੇ ਤੁਹਾਡਾ ਗਰੀਫ ਹੈ, ਆਪਣੇ ਇੱਥੇ ਦਿਲ ਤੇ ਜੇ ਤੁਸੀਂ ਹੱਥ ਰੱਖਣਾ, ਇੱਕ ਇੱਥੇ ਰੱਖ ਕੇ, ਤੇ ਉਸ ਇਨਸਾਨ ਨੂੰ ਜਿਹਨੂੰ ਤੁਸੀਂ ਮਿਸ ਕਰ ਰਹੇ ਹੋ ਉਹਨੂੰ ਤੁਸੀਂ ਭਾਵੇਂ ਯਾਦ ਕਰੋ। ਜਿਵੇਂ ਤੁਹਾਡਾ ਸਾਹ ਡੂੰਘਾ ਹੁੰਦਾ, ਉਹਨੂੰ ਯਾਦ ਕਰਕੇ ਉਹਨੂੰ ਐਕਨੋਲੇਜ ਕਰੋ ਤੇ ਉਸ ਬੰਦੇ ਦਾ, ਉਸ ਲੇਡੀ ਦਾ, ਉਸ ਬੱਚੇ ਦਾ, ਜਿਹੜਾ ਵੀ ਹੈ, ਉਹਦਾ ਨਾਮ ਲਵੋ। ਵਾਹਿਗੁਰੂ। ਠੀਕ ਹੈ। ਸੋ ਜਿਵੇਂ ਜੇ ਮੈਂ ਆਪਣੇ ਪਾਪਾ ਦਾ ਨਾਮ ਲਵਾਂ, ਮੈਂ ਥੋੜਾ ਜਿਹਾ ਉਹਨਾਂ ਦਾ ਸੋਚਾਂ ਤੇ ਮੈਂ ਉਹਨਾਂ ਦਾ ਨਾਮ ਲਵਾਂ ਪਾਪਾ। ਤੁਸੀਂ ਸਮਾਂ ਦੇ ਰਹੇ ਹੋ ਉਸ ਚੀਜ਼ ਨੂੰ, ਉਹਨੂੰ ਤੁਸੀਂ ਸਪਰੈਸ ਜਿਵੇਂ ਅਸੀਂ ਗੱਲ ਕੀਤੀ ਸੀ ਡਿਪਰੈਸ਼ਨ ਦੀ, ਕਿ ਅਸੀਂ ਡਿਪਰੈਸ ਕਰਾਂਗੇ ਤੇ ਡਿਪਰੈਸ਼ਨ ਹੁੰਦੀ ਹੈ। ਭੈਣ ਜੀ, ਤੁਸੀਂ ਇੰਨੀ ਸੋਹਣੀ ਤਰ੍ਹਾਂ, ਇੰਨੀ ਬਿਊਟੀਫੁਲੀ ਆਪਣਾ ਪੂਰਾ ਸੀਜ਼ਨ, ਆਪਾਂ ਕਿੱਥੋਂ ਸ਼ੁਰੂ ਕੀਤਾ ਸੀਗਾ ਐਪੀਸੋਡ 1 ਤੇ ਕਿੱਥੇ ਤੱਕ ਆਪਾਂ ਆਏ ਹਾਂ, ਇੰਨੀ ਸੋਹਣੀ ਤਰ੍ਹਾਂ ਤੁਸੀਂ ਇਹਨੂੰ ਲਪੇਟ ਕੇ ਅੱਜ ਸਾਡੇ ਸਾਹਮਣੇ ਇੱਥੇ ਤੱਕ ਲੈ ਕੇ ਆਏ ਕਿ ਇਹ ਇੱਕ ਇਹੋ ਜਿਹੀ ਚੀਜ਼ ਹੈ। ਮੈਨੂੰ ਯਾਦ ਹੈ ਤੁਸੀਂ ਪਹਿਲੇ ਸ਼ੋਅ ਤੇ ਕਿਹਾ ਸੀ, ਇੱਕ ਇਹੋ ਜਿਹੀ ਚੀਜ਼ ਹੈ ਜਿੱਥੇ ਕਿਤੇ ਵੀ ਨਹੀਂ ਜਾਂਦੀ, ਇਹ ਹਮੇਸ਼ਾ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ। ਸ਼ਾਇਦ ਉਦੋਂ ਸੁਣਨ ਵਾਲਿਆਂ ਨੂੰ ਲੱਗ ਗਿਆ ਹੋਊਗਾ, ਦੇਖਣ ਵਾਲਿਆਂ ਨੂੰ, ਕਿ ਮੈਂ ਹਮੇਸ਼ਾ ਹੀ ਇੱਥੇ ਰਵਾਂਗੀ ਇਸ ਦੁੱਖ ਦੇ ਵਿੱਚ, ਤੇ ਅੱਜ ਤੁਸੀਂ ਇਹਨੂੰ ਇਸ ਤਰ੍ਹਾਂ ਬਦਲ ਕੇ ਮੀਨਿੰਗ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੀ ਨਿਕਲ ਕੇ ਇੰਨੀ ਸੋਹਣੀ ਤਰ੍ਹਾਂ ਤੁਸੀਂ ਲਪੇਟ ਕੇ ਆਪਣਾ ਸ਼ੋਅ, ਅਸੀਂ ਅੱਜ ਲਾਸਟ ਸ਼ੋਅ ਹੈ ਸੀਜ਼ਨ 2 ਦਾ, ਤੇ ਤੁਸੀਂ ਕਿੰਨੀ ਸੋਹਣੀ ਤਰ੍ਹਾਂ ਇਹਨੂੰ ਰੈਪ ਅਪ ਕੀਤਾ ਹੈ। ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ। ਭੈਣ ਜੀ, ਜਾਣ ਤੋਂ ਪਹਿਲਾਂ ਕੋਈ ਲਾਸਟ ਮੈਸੇਜ? ਬਸ ਇਹੀ ਕਹਿਣਾ ਚਾਹੁੰਦੀ, ਧੰਨਵਾਦ ਤੁਹਾਡਾ ਤ੍ਰਿੰਜਣ ਸ਼ੋਅ ਦਾ, ਸਿੱਖ ਚੈਨਲ ਦਾ, ਕਿ ਤੁਸੀਂ ਮੈਨੂੰ ਬੁਲਾਇਆ, ਕਿਉਂਕਿ ਇਸ ਚੀਜ਼ ਦੀ ਅਵੇਅਰਨੈਸ ਰੱਖਣੀ ਬਹੁਤ ਜ਼ਰੂਰੀ ਹੈ। ਇਹ ਸ਼ੇਅਰ ਕਰੋ, ਕਿਸੇ ਹੋਰ ਨਾਲ ਸ਼ੇਅਰ ਕਰੋ, ਔਰ ਆਪਣੇ ਆਪ ਦੇ ਨਾਲ, ਜਿੱਦਾਂ ਅਸੀਂ ਕਿਹਾ ਸੀ, ਦਇਆ, ਸਬਰ
ਤੇ ਐਕਸੈਪਟੈਂਸ ਆਪਣੇ ਅੰਦਰ ਲੈ ਕੇ ਆਓ। ਇਹ ਲੈ ਕੇ ਆਓ ਜਦੋਂ ਇਸ ਚੀਜ਼ ਤੋਂ ਤੁਸੀਂ ਗੁਜ਼ਰ ਰਹੇ ਹੋ। ਔਰ ਹਮੇਸ਼ਾ ਯਾਦ ਰੱਖੋ ਕਿ ਕੋਈ ਰਾਈਟ ਜਾਂ ਰੋਂਗ ਤਰੀਕਾ ਨਹੀਂ ਹੈ, ਕੋਈ ਗਲਤ ਜਾਂ ਸਹੀ ਨਹੀਂ ਹੈ, ਔਰ ਕੋਈ ਟਾਈਮ ਲਾਈਨ ਨਹੀਂ ਹੈ। ਵਾਹਿਗੁਰੂ। ਇਹਦਾ ਇਹ ਚੀਜ਼ ਭੈਣ ਜੀ, ਤੇ ਤੁਹਾਡਾ ਵੀ ਬਹੁਤ ਧੰਨਵਾਦ, ਕਿਉਂਕਿ ਸਾਨੂੰ ਵੀ ਤੁਹਾਡੇ ਤੋਂ ਇੰਨੀਆਂ ਗੱਲਾਂ ਸਿੱਖਣ ਨੂੰ ਮਿਲੀਆਂ। ਸਾਨੂੰ ਵੀ ਹੁਣ ਸਾਨੂੰ ਇਹ ਸ਼ੋਅ ਦੇਖ ਕੇ ਪਤਾ ਚੱਲਿਆ ਕਿ ਸਿਰਫ ਜੇ ਸਾਡੇ ਨਾਲ ਇਹ ਹੋਵੇ ਉਹ ਨਹੀਂ, ਪਰ ਜੇ ਸਾਡੇ ਕਿਸੇ ਜਾਣਨ ਵਾਲੇ ਨਾਲ ਇਹ ਹੋਵੇ, ਅਸੀਂ ਉਹਨਾਂ ਦੇ ਨਾਲ ਵੀ ਕਿਸ ਤਰੀਕੇ ਦੇ ਵਿੱਚ ਅਸੀਂ ਉਹਨਾਂ ਦਾ ਸਪੋਰਟ ਕਿਵੇਂ ਕਰਨੀ ਹੈ। ਤੇ ਇਹ ਸੀਗਾ ਸੀਜ਼ਨ 2 ਤ੍ਰਿੰਜਣ ਦਾ, ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗ੍ਰੀਫ ਬਾਰੇ, ਬਰੀਵਮੈਂਟ ਬਾਰੇ। ਤੇ ਅਸੀਂ ਬਹੁਤ ਜਲਦ ਤੁਹਾਡੇ ਸਾਹਮਣੇ ਸੀਜ਼ਨ 3 ਲੈ ਕੇ ਆਵਾਂਗੇ, ਜਿਹਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਨਵਾਂ ਗੈਸਟ, ਨਵੇਂ ਟੌਪਿਕਸ ਲੈ ਕੇ ਆਵਾਂਗੇ। ਇਸ ਤਰ੍ਹਾਂ ਹੀ ਤੁਸੀਂ ਤ੍ਰਿੰਜਣ ਸ਼ੋਅ ਨੂੰ ਪਿਆਰ ਦਿੰਦੇ ਰਹਿਣਾ, ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਸਾਂਝ ਪਾਉਂਦੇ ਰਹਿਣਾ। ਤੇ ਬਸ ਅੱਜ ਦੇ ਵਾਸਤੇ ਬਹੁਤ ਸੋਹਣੀ ਤਰ੍ਹਾਂ, ਮੈਂ ਕਿਹਾ ਇਸ ਤੋਂ ਅੱਛੀ ਐਂਡਿੰਗ ਨਹੀਂ ਸੀ ਹੋ ਸਕਦੀ ਸੀਜ਼ਨ 2 ਦੀ। ਤੇ ਹੁਣ ਸੀਜ਼ਨ 3 ਦੇ ਇੰਤਜ਼ਾਰ ਦੇ ਵਿੱਚ, ਤੇ ਤੁਸੀਂ ਵੀ, ਮੈਂ ਕਹਿ ਰਹੀ ਹਾਂ ਸਾਰੀਆਂ ਸੰਗਤਾਂ ਨੂੰ ਕਿ ਇੰਨਾ ਤੁਸੀਂ ਸਾਨੂੰ ਪਿਆਰ ਦਿੱਤਾ, ਸਾਡਾ ਸ਼ੋਅ ਹਰ ਹਫਤੇ ਦੇਖਿਆ, ਤੇ ਇਸੇ ਤਰ੍ਹਾਂ ਤੁਸੀਂ ਸੀਜ਼ਨ 3 ਦੇ ਵਿੱਚ ਵੀ ਸਾਂਝ ਪਾਉਣੀ, ਤੇ ਅਸੀਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ ਟੌਪਿਕ ਲੈ ਕੇ ਆਉਂਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।